ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਪੱਟਾਂ ਦੇ ਸਵਈਆਂ ਦੇ ਅੰਦਰ ਇੱਕ ਬੜਾ ਮਧੁਰ ਸ਼ਬਦ ਹੈ, ਕੰਬਲ ਨੈਣ ਮਦਰ ਵੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਪਾਤ ਖਾਹੀ ਜੀਓ। ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਕਿੰਕਨੀ ਸ਼ਬਦ ਝਨਤਕਾਰ ਖੇਲ ਪਾਹੇ ਜੀਓ। ਪੱਟਾਂ ਦੇ ਸਵਈਆਂ ਦੇ ਅੰਦਰ ਇਹ ਸ਼ਬਦ ਗੁਰੂ ਸਾਹਿਬ ਨੇ ਦਰਜ ਕੀਤਾ ਹੈ, ਪੰਚਮ ਪਾਤਸ਼ਾਹ ਨੇ, ਜੋ ਪੱਟ ਉਚਾਰਨ ਕਰਦੇ ਹਨ। ਕਵਲ ਨੈਣ ਬਦਰ ਬੈਨ, ਜਿਹਦੇ ਕੰਵਲ ਫੁੱਲ ਵਰਗੇ ਖੁੱਲ੍ਹੇ ਬੜੇ ਬੜੇ ਨੈਣ ਹਨ। ਮਦਰ ਬੈਨ, ਜਿਹਦੀ ਬਾਣੀ ਬੜੀ ਸੁੰਦਰ ਹੈ। ਕੋਟ ਸੈਨ ਸੰਗ ਸੋਭ, ਅਤੇ ਕਰੋੜਾਂ ਦੀ ਸੈਨਾ ਐਸੇ ਪ੍ਰਭੂ ਦੇ ਨਾਲ ਹੈ। ਕਹਿਤ ਮਾਂ ਜਸ਼ੋਦ ਜਿਸੈ ਦਹੀਂ ਪਾਤ ਖਾਹੀ ਜੀਓ, ਅਤੇ ਮਾਤਾ ਜਸ਼ੋਦਾ ਜਿਸ ਨੂੰ ਆਖਦੀ ਹੈ ਕਿ ਲੈ ਪੁੱਤਰ ਦਹੀਂ ਤੇ ਪਾਤ ਖਾ ਆ ਕੇ ਪਿਆਰ ਦੇ ਨਾਲ, ਮੈਂ ਤੇਰੇ ਲਈ ਬਹੁਤ ਪ੍ਰੇਮ ਦੇ ਨਾਲ ਤਿਆਰ ਕੀਤੀ ਹੈ। ਦਹੀਂ ਦੇ ਨਾਲ ਚਾਵਲ, ਮੱਖਣ, ਘਿਓ, ਇਹ ਕ੍ਰਿਸ਼ਨ ਦੀ ਖੁਰਾਕ ਹੈ। ਅਤੇ ਜਸ਼ੋਦਾ ਮਾਤਾ ਆਪਣੇ ਪੁੱਤਰ ਨੂੰ, ਕ੍ਰਿਸ਼ਨ ਨੂੰ, ਇਹ ਬੜੇ ਪ੍ਰੇਮ ਸਹਿਤ ਆਖ ਰਹੀ ਹੈ ਕਿ ਆ ਕੇ ਖਾਓ। ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ, ਉਸ ਦੇ ਸੁੰਦਰ ਰੂਪ ਨੂੰ ਦੇਖ ਕੇ, ਅਨੂਪ ਵਿਜੇ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਮੋਹ ਮਹਾ ਮਗ ਭਈ, ਮਗਨ ਹੋ ਗਈ ਮੋਹ ਦੇ ਵਿੱਚ। ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੀ ਜੀਓ, ਅਤੇ ਜਿਹਨੂੰ ਕਟੀ ਪ੍ਰਦੇਸ਼ ਦੇ ਵਿੱਚ ਇੱਕ ਚੇਨੀ ਪਵਾਈ ਗਈ ਹੈ, ਜਿਸ ਨਾਲ ਘੁੰਗਰੂ ਲੱਗੇ ਹੋਏ ਹਨ, ਅਤੇ ਪੈਰਾਂ ਦੇ ਵਿੱਚ ਵੀ ਘੁੰਗਰੂ ਹਨ। ਜਦੋਂ ਉਹ ਚੱਲਦੇ ਹਨ ਅਤੇ ਉਹਨਾਂ ਦੀ ਛਣ ਛਣ ਕਰਕੇ ਆਵਾਜ਼ ਆਉਂਦੀ ਹੈ। ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ, ਅਤੇ ਖੇਲਦੇ ਹਨ ਅਤੇ ਤਾਂ ਵੀ ਬੜੀ ਮਧੁਰ ਆਵਾਜ਼ ਆਉਂਦੀ ਹੈ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਕਾਲ ਦੇ ਹੱਥ ਵਿੱਚ ਕਲਮ ਹੈ, ਉਹਦਾ ਹੁਕਮ ਚੱਲਦਾ ਹੈ। ਕਹੋ ਕੌਣ ਮੇਟ ਸਕੈ, ਜਿਸ ਤਰ੍ਹਾਂ ਦਾ ਕਿਸੇ ਦੇ ਮੱਥੇ ਦੇ ਉੱਤੇ ਭਾਗ ਪਿਆ ਹੈ, ਉਸ ਤਰ੍ਹਾਂ ਦਾ ਉਸ ਦਾ ਵਰਤਾਰਾ ਹੋਇਆ ਕਰਦਾ ਹੈ। ਅਤੇ ਕਾਲ ਦੇ ਹੱਥ ਵਿੱਚ ਕਲਮ ਹੈ ਅਤੇ ਉਹਦਾ ਹੁਕਮ ਚੱਲਦਾ ਹੈ। ਕਹੋ ਕੌਣ ਮੇਟ ਸਕੈ, ਕੋਈ ਵੀ ਮੇਟ ਨਹੀਂ ਸਕਦਾ ਜਿਸ ਤਰ੍ਹਾਂ ਦੇ ਕਿਸੇ ਦੇ ਲੇਖ ਲਿਖੇ ਹਨ। ਈਸ਼ ਬ੍ਰਹਮ ਗਿਆਨ ਧਿਆਨ ਧਰਤ ਹੀ ਇਹ ਚਾਹੇ ਜੀਓ। ਈਸ਼ ਨਾਮ ਹੈ ਇੱਥੇ ਸ਼ਿਵ ਦਾ, ਅਤੇ ਬ੍ਰਹਮ ਨਾਮ ਹੈ ਬ੍ਰਹਮਾ ਦਾ। ਸ਼ਿਵ ਅਤੇ ਬ੍ਰਹਮਾ ਜਿਸ ਦਾ ਧਿਆਨ ਕਰਦੇ ਹਨ ਅਤੇ ਜਿਸ ਦਾ ਗਿਆਨ ਅਤੇ ਧਿਆਨ ਕਰਦੇ ਹਨ, ਧਰਤ ਹੀ ਇਹ ਚਾਹੇ ਜੀਓ, ਅਤੇ ਹਿਰਦੇ ਵਿੱਚ ਉਹਦਾ ਧਿਆਨ ਧਰ ਕੇ ਉਹਦੇ ਗੁਣ ਗਾਨ ਕਰਦੇ ਹਨ। ਇੱਕ ਵਾਰ ਦੀ ਵਾਰਤਾ ਹੈ ਕਿ ਕ੍ਰਿਸ਼ਨ ਭਗਵਾਨ ਨੇ ਮਿੱਟੀ ਖਾ ਲਈ ਅਤੇ ਗੋਪੀਆਂ ਲਿਆ ਕੇ ਫੜ ਕੇ ਜਸ਼ੋਦਾ ਮਈਆ ਦੇ ਸਾਹਮਣੇ ਖੜ੍ਹੇ ਕਰ ਦਿੱਤਾ ਕ੍ਰਿਸ਼ਨ ਨੂੰ ਕਿ ਦੇਖੋ ਇਸ ਦਾ ਮੂੰਹ ਮਿੱਟੀ ਨਾਲ ਭਰਿਆ ਹੋਇਆ ਹੈ। ਜਦੋਂ ਛੜੀ ਲੈ ਕੇ ਮਾਤਾ ਜਸ਼ੋਦਾ ਪੁੱਛਦੀ ਹੈ ਕਿ ਦੱਸ ਆਪਣਾ ਮੂੰਹ ਵੱਢ, ਮਿੱਟੀ ਕਿੱਦਾਂ ਖਾਧੀ ਹੈ, ਅਤੇ ਭਗਵਾਨ ਨੇ ਜਦੋਂ ਮੂੰਹ ਵੱਢਿਆ ਤਾਂ ਉਹਦੇ ਵਿੱਚ ਖੰਡ ਬ੍ਰਹਿਮੰਡਾਂ ਦੇ ਦਰਸ਼ਨ ਹੋਏ ਜਸ਼ੋਦਾ ਨੂੰ। ਉਹ ਦੇਖ ਕੇ ਬੇਹੋਸ਼ ਹੋ ਕੇ ਡਿੱਗ ਪਈ, ਅਤੇ ਬਾਅਦ ਵਿੱਚ ਮੂੰਹ ਮੀਟ ਕੇ ਕ੍ਰਿਸ਼ਨ ਭਗਵਾਨ ਹੱਸਦੇ ਹਨ, ਅਤੇ ਜਸ਼ੋਦਾ ਥੋੜ੍ਹੀ ਦੇਰ ਲਈ ਚਕਿਤ ਹੋ ਗਈ ਵੀ ਇਹ ਕੀ ਹੈ। ਸੂਰਜ ਚੰਦ ਧਰਤੀ ਆਕਾਸ਼ ਪਤਾਲ ਪਤਾ ਨਹੀਂ ਕਿੰਨੇ ਕੁ ਇਹਦੇ ਅੰਦਰ ਘੁੰਮਦੇ ਹਨ, ਇਹਦੇ ਮੂੰਹ ਦੇ ਵਿੱਚ। ਇਹ ਮੇਰਾ ਪੁੱਤਰ ਹੈ ਜਾਂ ਕੌਣ ਹੈ? ਐਸੇ ਜੋ ਈਸ਼ ਹਨ, ਸ਼ਿਵ ਹਨ, ਅਤੇ ਬ੍ਰਹਮਾ ਹੈ, ਉਹਨਾਂ ਦਾ ਹਿਰਦੇ ਵਿੱਚ ਧਿਆਨ ਕਰਦੇ ਹਨ, ਜਿਹਦੇ ਮੁਖ ਦੇ ਵਿੱਚ ਕਰੋੜਾਂ ਬ੍ਰਹਿਮੰਡ ਘੁੰਮਦੇ ਹਨ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੋਂ ਹੀ। ਉਹ ਸਤਰੂਪ ਹੈ
ਤੇ ਸੱਚ ਰੂਪ ਹੈ। ਸ਼੍ਰੀ ਨਿਵਾਸ ਜਿਹਦੇ ਚਰਨਾਂ ਵਿੱਚ ਕੌਲਾ ਜਿਹੜੀ ਮਾਇਆ ਹੈ ਉਹ ਨਿਵਾਸ ਕਰਦੀ ਹੈ। ਆਦਿ ਪੁਰਖ ਸਦਾ ਤੋਂ ਹੀ ਤੂੰ ਆਦਿ ਪੁਰਖ ਹੈ, ਜਿਸ ਨੇ ਸਾਰੇ ਸੰਸਾਰ ਦੀ ਉਤਪਤੀ ਕੀਤੀ, ਬ੍ਰਹਮਾ ਨੂੰ ਪੈਦਾ ਕੀਤਾ। ਤੂੰ ਆਦਿ ਪੁਰਖ ਹੈ, ਸਦਾ ਤੂੰ ਹੀ ਵਾਹਿਗੁਰੂ ਹੈ, ਵਾਹਿਗੁਰੂ ਹੈ, ਵਾਹਿਗੁਰੂ ਹੈ। ਤੇਰੀ ਉਪਮਾ ਕਹੀ ਨਹੀਂ ਜਾਂਦੀ। ਤੂੰ ਯੁੱਗ ਯੁੱਗ ਦੇ ਵਿੱਚ ਵੱਖਰਾ ਵੱਖਰਾ ਅਵਤਾਰ ਧਰਦਾ ਹੈ। ਸਤਯੁਗ ਤੈ ਮਾਣਿਓ ਛਲਿਓ ਬਲਵਾਮਨ ਭਰਾ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੂ ਬੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਇਹ ਬਾਣੀ ਆਖਦੀ ਹੈ। ਅਤੇ ਇਸ ਕਰਕੇ ਉਹ ਵਾਹਿਗੁਰੂ ਯੁੱਗਾਂ ਯੁੱਗਾਂ ਦੇ ਵਿੱਚ ਅਵਤਾਰ ਰਹਿੰਦਾ ਹੈ। ਕਦੀ ਕ੍ਰਿਸ਼ਨ ਬਣ ਕੇ ਆਉਂਦਾ ਹੈ, ਕਦੀ ਰਾਮ ਬਣ ਕੇ ਆਉਂਦਾ ਹੈ, ਕਦੇ 10 ਪਾਤਸ਼ਾਹੀਆਂ ਦਾ ਰੂਪ ਬਣਦਾ ਹੈ। ਉਹਦੀ ਉਪਮਾ ਕਹੀ ਨਹੀਂ ਜਾਂਦੀ। ਐਸੇ ਪਰਮੇਸ਼ਰ ਦੀ ਗਤੀ ਨੂੰ ਉਹ ਪਰਮੇਸ਼ਰ ਹੀ ਜਾਣ ਸਕਦਾ ਹੈ, ਦੂਸਰਾ ਨਹੀਂ ਜਾਣ ਸਕਦਾ। ਜਿਸ ਤਰ੍ਹਾਂ ਚੌਥੀ ਮੰਜ਼ਲ ਦੇ ਉੱਤੇ ਕੋਈ ਪੁਰਖ ਚੜ੍ਹਿਆ ਹੋਇਆ ਹੋਵੇ ਅਤੇ ਦੂਸਰਾ ਉਸ ਨੂੰ ਥੱਲਿਓਂ ਜਾਣਨ ਦੀ ਕੋਸ਼ਿਸ਼ ਕਰੇ, ਪਰ ਉਹ ਜਾਣ ਨਹੀਂ ਸਕਦਾ। ਉਸ ਦੇ ਬਰਾਬਰ ਚੌਥੀ ਮੰਜ਼ਲ ਦੇ ਉੱਤੇ ਚੜ੍ਹੇਗਾ ਤਾਂ ਹੀ ਉਸ ਨੂੰ ਜਾਣੇਗਾ ਕਿ ਇਸ ਦਾ ਵਰਤਾਰਾ ਕਿਸ ਤਰ੍ਹਾਂ ਦਾ ਹੈ। ਸੋ ਪਿਆਰੀ ਸਾਧ ਸੰਗਤ, ਐਸੇ ਜਿਹੜੇ ਸੰਸਾਰ ਦੇ ਵਿੱਚ ਪਰਮੇਸ਼ਰ ਬਾਰ-ਬਾਰ ਅਵਤਾਰ ਲੈ ਕੇ ਆਉਂਦਾ ਹੈ, ਸਾਨੂੰ ਸੰਸਾਰੀ ਲੋਕਾਂ ਨੂੰ ਉਪਦੇਸ਼ ਕਰਨ ਲਈ। ਅਤੇ ਜਿਸ ਤਰ੍ਹਾਂ ਮੀਲ ਪੱਥਰ ਲੱਗੇ ਹੋਏ ਹੁੰਦੇ ਹਨ, ਇਸ ਤਰ੍ਹਾਂ ਥੰਮ ਕੱਢ ਕੇ ਚਲੇ ਜਾਂਦੇ ਹਨ। ਅਤੇ ਸਾਡੇ ਸੰਸਾਰੀ ਲੋਕਾਂ ਨੂੰ, ਆਉਣ ਜਾਣ ਵਾਲਿਆਂ ਨੂੰ, ਉਹ ਮੀਲ ਪੱਥਰ ਜੋ ਧਰਮ ਦੇ ਚਿੰਨ੍ਹ ਹਨ, ਉਹ ਵਿਚਾਰਦੇ ਰਹਿਣਾ ਚਾਹੀਦਾ ਹੈ, ਪੜ੍ਹਦੇ ਰਹਿਣਾ ਚਾਹੀਦਾ ਹੈ। 10 ਪਾਤਸ਼ਾਹੀਆਂ ਜਿਸ ਤਰ੍ਹਾਂ ਇਹ ਬਾਣੀ ਰਚਨ ਕੀਤੀ ਹੈ, 6 ਪਾਤਸ਼ਾਹੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਹ ਸਾਡੇ ਲਈ ਮੀਲ ਪੱਥਰ ਹਨ। ਕੱਲਾ ਕੱਲਾ ਸ਼ਬਦ ਬ੍ਰਹਮ ਦਾ ਰੂਪ ਹੈ। ਜਦੋਂ ਇਸ ਨੂੰ ਅਸੀਂ ਵਿਚਾਰਾਂਗੇ ਤਾਂ ਭਾਵ ਸਾਗਰ ਤੋਂ ਪਾਰ ਹੋ ਜਾਵਾਂਗੇ ਅਤੇ ਗੁਰੂ ਕਿਰਪਾ ਕਰਨਗੇ। ਪਿਆਰੀ ਸਾਧ ਸੰਗਤ, 3 ਤਰ੍ਹਾਂ ਦੀ ਕਿਰਪਾ ਹੁੰਦੀ ਹੈ, 4 ਤਰ੍ਹਾਂ ਦੀ ਕਿਰਪਾ ਹੁੰਦੀ ਹੈ। ਪਹਿਲੀ ਹੈ ਆਪਣੀ ਆਪ 'ਤੇ ਕਿਰਪਾ। ਜੀਵ ਆਪਣੇ ਆਪ ਨੂੰ ਸਮਝੇ ਕਿ ਆਪਣਾ ਕਲਿਆਣ ਕਰਨਾ ਹੈ, ਆਪਣੀ ਆਪ 'ਤੇ ਆਪ ਕਿਰਪਾ ਕਰਨੀ ਹੈ, ਪਹਿਲੀ ਕਿਰਪਾ ਹੈ। ਦੂਸਰੀ ਕਿਰਪਾ ਹੈ ਸ਼ਾਸਤਰ ਕਿਰਪਾ। ਜੋ ਬਾਣੀ ਹੈ, ਗੁਰਬਾਣੀ ਹੈ, ਵੇਦ ਹੈ, ਪੁਰਾਣ ਹੈ, ਜਿਤਨੀਆਂ ਵੀ ਸੰਸਾਰ ਦੇ ਵਿੱਚ ਵਿਦਿਆਵਾਂ ਹਨ, ਉਹਨਾਂ ਦਾ ਸਤਿਪੁਰਖਾਂ ਦੇ ਕੋਲ ਬੈਠ ਕੇ ਵਿਚਾਰ ਕਰਨਾ ਅਤੇ ਸਤ ਅਸਤ ਦਾ ਨਿਰਣਾ ਕਰਨਾ, ਸਮਝਣਾ, ਬਾਣੀ ਨੂੰ, ਉਹਦੇ ਭਾਵ ਨੂੰ ਸਮਝਣਾ, ਉਹਦੇ ਅਰਥਾਂ ਨੂੰ ਸਮਝਣਾ ਅਤੇ ਉਹਦਾ ਵਿਵੇਚਨ ਕਰਨਾ। ਇਹ ਦੂਸਰੀ ਕਿਰਪਾ ਹੈ ਸ਼ਾਸਤਰ ਕਿਰਪਾ। ਜਦੋਂ ਪਹਿਲੀ ਆਪਣੀ ਆਪ 'ਤੇ ਕਿਰਪਾ ਹੁੰਦੀ ਹੈ ਅਤੇ ਉਦੋਂ ਦੂਸਰੀ ਕਿਰਪਾ ਫਿਰ ਕਿਹੜੀ ਹੁੰਦੀ ਹੈ? ਸ਼ਾਸਤਰ ਕਿਰਪਾ ਹੁੰਦੀ ਹੈ। ਗੁਰਬਾਣੀ ਸੁਣਨ ਨੂੰ ਮਿਲਦੀ ਹੈ, ਪੜ੍ਹਨ ਨੂੰ ਮਿਲਦੀ ਹੈ, ਵਿਚਾਰਨ ਨੂੰ ਮਿਲਦੀ ਹੈ। ਤੀਸਰੀ ਹੈ ਗੁਰੂ ਕਿਰਪਾ। ਜਦੋਂ ਪਹਿਲੀ ਆਪਣੀ ਆਪ 'ਤੇ ਕਿਰਪਾ ਹੋ ਜਾਵੇ, ਦੂਸਰੀ ਸ਼ਾਸਤਰ ਕਿਰਪਾ ਹੋ ਜਾਵੇ, ਤੀਸਰੀ ਗੁਰੂ ਕਿਰਪਾ ਅਤੇ ਗੁਰੂ ਦਾ ਸਿਰ 'ਤੇ ਹੱਥ ਹੋਵੇ ਤਾਂ ਫਿਰ ਕੋਈ ਘਾਟਾ ਨਹੀਂ ਰਹਿੰਦਾ ਸੰਸਾਰ ਦੇ ਵਿੱਚ। ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ। ਗਿਆਨ ਬਖਸ਼ ਦਿੰਦੇ ਹਨ ਗੁਰੂ, ਅਤੇ ਅਗਿਆਨ ਦਾ ਜਿਹੜਾ ਅੰਧੇਰਾ ਚੱਕ ਦਿੰਦੇ ਹਨ। ਅਗਿਆਨ ਅੰਧੇਰਾ ਮਿਟ ਗਿਆ, ਮਿਟ ਜਾਂਦਾ ਹੈ ਅੰਧੇਰਾ, ਅਤੇ ਸੱਚ ਦਾ ਸੂਰਜ, ਸੱਚ ਦਾ ਚੰਦਰਮਾ ਚੜ੍ਹ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਤਾਂ ਜਿਹੜਾ ਅਗਿਆਨ ਦੇ, ਮੋਹ ਦੇ, ਵਿਕਾਰਾਂ ਦੇ ਅੰਧੇਰੇ ਵਿੱਚੋਂ ਜੀਵ ਨਿਕਲ ਕੇ ਪ੍ਰਕਾਸ਼ ਦੇ ਵਿੱਚ ਆ ਜਾਂਦਾ ਹੈ ਅਤੇ ਆਪਣਾ ਕਲਿਆਣ ਕਰਦਾ ਹੈ। ਤੀਸਰੀ ਜੋ ਕਿਰਪਾ ਹੈ, ਇਹ ਗੁਰੂ ਕਿਰਪਾ ਹੈ। ਚੌਥੀ ਕਿਰਪਾ ਈਸ਼ਵਰ ਕਿਰਪਾ ਹੈ, ਪ੍ਰਭੂ ਕਿਰਪਾ ਹੈ। ਜਦੋਂ 3 ਕਿਰਪਾ ਹੋ ਜਾਣ, ਗੁਰੂ ਦਾ ਸਿਰ 'ਤੇ ਹੱਥ ਹੋ ਜਾਵੇ ਅਤੇ ਪਰਮਾਤਮਾ ਦੀ ਕਿਰਪਾ ਫਿਰ ਆਪਣੇ ਆਪ ਵਰਸ ਜਾਂਦੀ ਹੈ। ਜਿਸ ਤਰ੍ਹਾਂ ਛੋਟੇ ਅਫਸਰ ਸਾਈਨ ਕਰ ਦਿੰਦੇ ਹਨ ਅਤੇ ਵੱਡੇ ਕੋਲ ਫਾਈਲ ਜਾਂਦੀ ਹੈ, ਤਾਂ ਫਿਰ ਉਹ ਸਾਰਿਆਂ ਨੂੰ ਥੱਲੇ ਦੇਖ ਕੇ ਵੀ ਉਹਦੇ 'ਤੇ ਸਾਈਨ ਹੋ ਗਏ, ਇਹਦੇ ਸਾਈਨ ਹੋ ਗਏ, ਸਾਰੇ ਕੋ ਦੇਖ ਕੇ ਚੈੱਕ ਕਰਕੇ ਤਾਂ ਫਿਰ ਵੱਡਾ ਅਫਸਰ ਵੀ ਸਾਈਨ ਕਰ ਦਿੰਦਾ ਹੈ। ਇਸੇ ਤਰ੍ਹਾਂ ਜੋ ਪਹਿਲਾਂ ਆਪਣੀ ਆਪ 'ਤੇ ਕਿਰਪਾ, ਦੂਸਰੀ ਸ਼ਾਸਤਰ ਕਿਰਪਾ, ਤੀਸਰੀ ਗੁਰੂ ਕਿਰਪਾ ਅਤੇ ਚੌਥੀ ਈਸ਼ਵਰ ਕਿਰਪਾ ਫਿਰ ਆਪ ਹੋ ਜਾਂਦੀ ਹੈ ਅਤੇ ਜੀਵਨ ਸਫਲ ਹੋ ਜਾਂਦਾ ਹੈ।
ਜੀਵ ਜਨਮ ਮਰਨ ਦੇ ਬੰਧਨ ਤੋਂ ਰਹਿਤ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।